ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਆਦੇ ਚੰਗੇ ਦਿਨ ਦੇ ਲਈ, ਆਦੇ ਚੰਗੇ ਸਮੇਂ ਦੇ ਲਈ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ, ਜਿਸ ਨੇ ਇੱਕ ਵਾਰ ਫਿਰ ਆਪਣੀ ਉਪਸਥਿਤੀ ਵਿੱਚ ਸਾਨੂੰ ਲੈ ਕੇ ਆਂਦਾ, ਸਾਨੂੰ ਜਿਉਂਦੇ ਰੱਖਿਆ, ਪੂਰਾ ਹਫਤਾ ਸਾਨੂੰ ਸੰਭਾਲਿਆ। ਹਾਲੇਲੂਇਆ। ਆਓ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ ਕਿ ਅਸੀਂ ਕੀ ਕਰਦੇ ਹਾਂ ਕਿ ਜਦੋਂ ਵੀ ਅਸੀਂ ਕਿਸੇ ਇਨਸਾਨ ਦੇ ਨਾਲ ਮਿਲਦੇ ਹਾਂ ਜਾਂ ਉਸ ਨਾਲ ਗੱਲਬਾਤ ਕਰਦੇ ਹਾਂ, ਕੀ ਕਰਦੇ ਹਾਂ ਅਸੀਂ ਕਿ ਕੋਈ ਵੀ ਸੰਸਾਰ ਦੇ ਵਿੱਚ ਕੰਮ ਕਰਦੇ ਹਾਂ ਤਾਂ ਅਸੀਂ ਇੱਕ ਬੀਜ ਨੂੰ ਬੀਜ ਦਿੰਦੇ ਹਾਂ। ਹਾਲੇਲੂਇਆ। ਅੱਜ ਅਸੀਂ ਦੇਖਣਾ ਕਿ ਅਸੀਂ ਕੀ ਬੀਜ ਰਹੇ ਹਾਂ, ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਕੀ ਬੀਜ ਰਹੇ ਹਾਂ। ਹਾਲੇਲੂਇਆ। ਤੇ ਬਾਈਬਲ ਇਸ ਦੇ ਪ੍ਰਤੀ ਕੀ ਕਹਿੰਦੀ ਆ, ਆਓ ਅਸੀਂ ਦੇਖਾਂਗੇ। ਨੀਤੀ ਵਚਨ ਉਸਦਾ 11ਵਾਂ ਅਧਿਆਇ ਉਸਦੀ 25 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, जो दूसरों की खेती सींचता है उसकी भी सींची जाएगी। ਹਾਲੇਲੂਇਆ। ਜਿਹੜਾ ਇਨਸਾਨ ਦੂਸਰਿਆਂ ਦੀ ਖੇਤੀ ਨੂੰ ਪਾਣੀ ਲਗਾਉਂਦਾ ਆ, ਬਾਈਬਲ ਕਹਿੰਦੀ ਹੈ, ਤੇ ਉਹਦੀ ਵੀ ਖੇਤੀ ਨੂੰ ਕੀ ਕੀਤਾ ਜਾਏਗਾ? ਪਾਣੀ ਲਗਾਇਆ ਜਾਵੇਗਾ, ਸਿੰਜੀ ਜਾਏਗੀ। ਹਾਲੇਲੂਇਆ। ਇਸ ਵਚਨ ਦਾ ਮਤਲਬ ਕੀ ਆ? ਪ੍ਰਭੂ ਯਿਸੂ ਮਸੀਹ ਕਹਿੰਦੇ ਆ, ਪਰਮੇਸ਼ਰ ਕਹਿੰਦਾ ਕਿ ਅਗਰ ਤੁਸੀਂ ਦੂਸਰਿਆਂ ਦੇ ਕੰਮਾਂ ਨੂੰ ਕਰੋਗੇ ਤਾਂ ਤੁਹਾਡੇ ਵੀ ਕੰਮ ਕੀਤੇ ਜਾਣਗੇ। ਹਾਲੇਲੂਇਆ। ਜਦੋਂ ਅਸੀਂ ਦੂਸਰਿਆਂ ਦੀ ਹੈਲਪ ਕਰਦੇ ਹਾਂ ਤੇ ਸਾਡੀ ਵੀ ਹੈਲਪ ਕੀਤੀ ਜਾਏਗੀ। ਆਮੀਨ। ਜਦੋਂ ਅਸੀਂ ਦੂਸਰਿਆਂ ਦੇ ਕੰਮਾਂ ਨੂੰ ਕਰਦੇ ਹਾਂ ਤਾਂ ਸਾਡੇ ਵੀ ਉਹ ਇਨਸਾਨ ਸਾਡੇ ਵੀ ਕੰਮਾਂ ਨੂੰ ਕਰੇਗਾ। ਹਾਲੇਲੂਇਆ। ਤੇ ਇਸ ਦੇ ਪ੍ਰਤੀ ਅਸੀਂ ਹੋਰ ਬਾਈਬਲ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਾਈਬਲ ਕਹਿੰਦੀ ਆ, ਬਾਈਬਲ ਕਹਿੰਦੀ ਹੈ ਕਿ ਜੋ ਦੂਸਰਿਆਂ ਦੀ ਖੇਤੀ ਨੂੰ ਸਿੰਜਦਾ ਆ ਉਸਦੀ ਵੀ ਸਿੰਜੀ ਜਾਏਗੀ, ਮਤਲਬ ਉਸ ਦੇ ਉੱਤੇ ਵੀ ਆਸ਼ੀਸ਼ ਆਏਗੀ। ਜਿਹੜਾ ਇਨਸਾਨ ਦੂਸਰੇ ਇਨਸਾਨ ਦੇ ਕੰਮਾਂ ਦੇ ਵਿੱਚ ਉਸਦੀ ਹੈਲਪ ਕਰਦਾ ਆ, ਮਦਦ ਕਰਦਾ, ਮੰਨ ਲਓ ਕੋਈ ਸਾਡੇ ਕੋਲ ਹੈਲਪ ਮੰਗਦਾ ਆ, ਕੋਈ ਮਦਦ ਮੰਗਦਾ ਆ ਆਪਣੇ ਕੰਮ ਦੇ ਲਈ, ਆਪਣੇ ਬਿਜ਼ਨਸ ਦੇ ਲਈ ਜਾਂ ਕੋਈ ਹੋਰ ਸੰਸਾਰਿਕ ਕੰਮ ਦੇ ਲਈ, ਤਾਂ ਕੀ ਹੁੰਦਾ ਆ, ਉਹ ਅਸੀਂ ਉਸਦੀ ਹੈਲਪ ਕਰਦੇ ਹਾਂ ਤੇ ਉਸ ਦਾ ਪ੍ਰਤੀਫਲ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਆ। ਹਾਲੇਲੂਇਆ। ਜਾਂ ਉਸ ਇਨਸਾਨ ਦਾ ਪ੍ਰੇਮ ਸਾਡੇ ਪ੍ਰਤੀ ਵਧੇਗਾ, ਜਾਂ ਉਹ ਇਨਸਾਨ ਸਾਡੇ ਉੱਤੇ ਦਇਆ ਕਰੇਗਾ, ਸਾਨੂੰ ਕੁਛ ਨਾ ਕੁਛ ਆਸ਼ੀਸ਼ ਦੇਗਾ, ਜਾਂ ਉਹ ਬਦਲੇ ਦੇ ਵਿੱਚ ਕੀ ਕਰੇਗਾ? ਸਾਡਾ ਕੋਈ ਨਾ ਕੋਈ ਕੰਮ ਕਰੇਗਾ। ਹਾਲੇਲੂਇਆ। ਜਦੋਂ ਅਸੀਂ ਘਰ ਦੇ ਵਿੱਚ ਕੋਈ ਮਜ਼ਦੂਰ ਲਗਾਉਂਦੇ ਹਾਂ ਜਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਕੀ ਕਰਦੇ ਹਾਂ? ਉਸ ਜੋ ਅਸੀਂ ਉਸ ਤੋਂ ਕੰਮ ਲੈਂਦੇ ਹਾਂ, ਉਸ ਤੋਂ ਮਿਹਨਤ ਲੈਂਦੇ ਹਾਂ, ਉਸ ਦੇ ਬਦਲੇ ਉਸ ਨੂੰ ਕੀ ਕਰਦੇ ਹਾਂ? ਜਾਂ ਕੁਝ ਨਾ ਕੁਝ ਅਸੀਂ ਦਿੰਦੇ ਹਾਂ, ਜਾਂ ਉਸ ਨੂੰ ਪੈਸਾ ਦਿੰਦੇ ਹਾਂ, ਜਾਂ ਕੋਈ ਹੋਰ ਵਸਤੂ ਦਿੰਦੇ ਹਾਂ। ਹਾਲੇਲੂਇਆ। ਇਸੇ ਤਰ੍ਹਾਂ ਬਾਈਬਲ ਵੀ ਕਹਿੰਦੀ ਆ, ਪਰਮੇਸ਼ਰ ਵੀ ਕਹਿੰਦਾ ਕਿ ਜੋ ਦੂਜਿਆਂ ਦੀ ਖੇਤੀ ਨੂੰ ਪਾਣੀ ਲਗਾਉਂਦਾ, ਜੋ ਦੂਜਿਆਂ ਉੱਤੇ ਦਇਆ ਕਰਦਾ, ਉਹਦੇ ਉੱਤੇ ਵੀ ਦਇਆ ਕੀਤੀ ਜਾਏਗੀ। ਦੂਜਿਆਂ ਨੂੰ ਆਸ਼ੀਸ਼ ਦਿੰਦਾ, ਉਸ ਨੂੰ ਵੀ ਆਸ਼ੀਸ਼ ਮਿਲੇਗੀ। ਹਾਲੇਲੂਇਆ। ਪਰ ਬਾਈਬਲ ਕਹਿੰਦੀ ਆ, ਭਲਾਈ ਦਾ ਬਦਲਾ ਬੁਰਾਈ ਦੇ ਨਾਲ ਦੇਣ ਵਾਲੇ ਦੇ ਘਰ ਦੇ ਵਿੱਚ ਬੁਰਾਈ ਕਦੇ ਖਤਮ ਨਹੀਂ ਹੋਏਗੀ। ਅਗਰ ਤੁਸੀਂ ਕਿਸੇ ਦੇ ਨਾਲ ਭਲਾ ਕਰਦੇ ਹੋ, ਅਗਰ ਉਹ ਇਨਸਾਨ ਤੁਹਾਡੇ ਨਾਲ ਬੁਰਾਈ ਕਰਦਾ ਆ ਤਾਂ ਉਸ ਇਨਸਾਨ ਦੇ ਘਰੋਂ ਬੁਰਾਈ, ਬਾਈਬਲ ਕਹਿੰਦੀ ਕਦੇ ਖਤਮ ਨਹੀਂ ਹੋਏਗੀ। ਅਗਰ ਤੁਸੀਂ ਭਲਾਈ ਕਰਦੇ ਆ ਤੇ ਦੂਸਰਾ ਇਨਸਾਨ ਤੁਹਾਡੇ ਨਾਲ ਬੁਰਾਈ ਕਰਦਾ, ਉਸਦੇ ਇਨਸਾਨ ਦੇ ਘਰੋਂ ਬੁਰਾਈ ਕਦੇ ਖਤਮ ਨਹੀਂ ਹੋਏਗੀ। ਹਾਲੇਲੂਇਆ। ਬਾਈਬਲ ਦਾ ਵਚਨ ਹੈ। ਇਸ ਲਈ ਜਦੋਂ ਅਸੀਂ ਕਿਸੇ ਨਾਲ ਭਲਾਈ ਕਰਦੇ ਹਾਂ ਤਾਂ ਉਹ ਪਰਮੇਸ਼ਰ ਸਾਡੇ ਨਾਲ ਭਲਾਈ ਪੈਦਾ ਕਰਦਾ। ਕੋਈ ਇਨਸਾਨ ਸਾਡੇ ਨਾਲ ਬੁਰਾਈ ਕਰ ਸਕਦਾ ਪਰ ਪਰਮੇਸ਼ਰ ਉਸ ਬੁਰਾਈ ਨੂੰ ਸਾਡੇ ਉੱਤੇ ਆਣ ਨਹੀਂ ਦੇਗਾ। ਹਾਲੇਲੂਇਆ। ਮੱਤੀ ਇੱਕ ਵਚਨ ਹੋਰ ਪੜਾਂਗੇ, ਮੱਤੀ 5 ਦੀ 7 ਦੇ ਵਿੱਚ ਲਿਖਿਆ ਹੋਇਆ, ਧन्य ਹੈ ਵੇ ਜੋ ਦਇਆਵੰਤ ਹੈ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਧੰਨ ਹੈ ਉਹ ਜੋ ਦਿਆਲੂ ਆ, ਦਇਆਵੰਤ ਹੈ, ਜਿਹੜੇ ਇਨਸਾਨ ਦਇਆ ਕਰਦੇ ਆ। ਕੀ ਹੋਵੇਗਾ? ਕਿਉਂਕਿ ਉਨ ਪਰ ਵੀ ਦਇਆ ਕੀ ਜਾਏਗੀ। ਜਿਹੜੇ ਇਨਸਾਨ ਦੂਜਿਆਂ ਪਰ ਦਇਆ ਕਰਦੇ ਆ ਤੇ ਪਰਮੇਸ਼ਰ ਕਹਿੰਦਾ ਧੰਨ ਆ ਉਹ ਇਨਸਾਨ, ਪਰ ਉਹਨਾਂ ਉੱਤੇ ਕੀ ਹੋਏਗਾ? ਉਹਨਾਂ ਦੇ ਉੱਤੇ ਵੀ ਦਇਆ ਕੀਤੀ ਜਾਏਗੀ। ਜਦੋਂ ਅਸੀਂ ਦੂਸਰੇ ਉੱਤੇ ਦਇਆ ਕਰਦੇ ਹਾਂ, ਗਰੀਬਾਂ ਉੱਤੇ ਦਇਆ ਕਰਦੇ ਹਾਂ, ਜਾਂ ਕਿਸੇ ਇਨਸਾਨ ਉੱਤੇ ਦਇਆ ਕਰਦੇ ਹਾਂ, ਕਿਸੇ ਉੱਤੇ ਵੀ ਜਦੋਂ ਦਇਆ ਕਰਦੇ ਹਾਂ ਤੇ ਸਾਡੇ ਉੱਤੇ ਵੀ ਦਇਆ, ਬਾਈਬਲ ਕਹਿੰਦੀ, ਕੀਤੀ ਜਾਵੇਗੀ। ਹਾਲੇਲੂਇਆ। ਹਾਲੇਲੂਇਆ। ਧन्य ਹੈ ਜੋ ਮਨ ਕੇ ਸ਼ੁੱਧ ਹੈ, ਹਨਾ? ਜਿਹੜੇ ਇਨਸਾਨ ਮਨ ਦੇ ਸ਼ੁੱਧ ਹੈ, ਤੇ ਉਸ ਇਨਸਾਨ ਦੇ ਲਈ ਵੀ ਇਹੋ ਜਿਹੇ ਇਨਸਾਨ ਪਰਮੇਸ਼ਰ ਪੈਦਾ ਕਰਦਾ ਜੋ ਉਸ ਨੂੰ ਸ਼ੁੱਧ ਮਨ ਦੇ ਨਾਲ ਟੱਕਰਨ। ਹਾਲੇਲੂਇਆ। ਪਰਮੇਸ਼ਰ ਜੋ ਅਸੀਂ ਕੰਮ ਕਰਦੇ ਹਾਂ, ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਬੀਜ ਨੂੰ ਬੋਂਦੇ ਹਾਂ, ਤਾਂ ਕੀ ਹੁੰਦਾ ਆ? ਉਹ ਬੀਜ ਸਾਡੀ ਜ਼ਿੰਦਗੀ ਦੇ ਵਿੱਚ ਵਾਪਸ ਆਉਂਦਾ। ਜਦੋਂ ਅਸੀਂ ਫਸਲ ਨੂੰ ਬੀਜਦੇ ਹਾਂ, ਜਦੋਂ ਅਗਰ ਕਣਕ ਬੀਜਦੇ ਹਾਂ ਤੇ ਕਣਕ ਦੇ ਬਦਲੇ ਸਾਨੂੰ ਕਣਕ ਹੀ ਬੀਜ ਮਿਲਦੀ ਆ, ਜ਼ਿਆਦਾ ਮਿਲਦੀ ਆ, ਘੱਟ ਨਹੀਂ ਮਿਲਦੀ ਹੈਗੀ। ਕਦੇ ਇਹ ਤਾਂ ਹੁੰਦਾ ਨਹੀਂ ਹੈਗਾ ਕਿ ਅਸੀਂ ਕਣਕ ਬੀਜ ਦਈਏ ਤੇ ਵੱਢੀਏ ਜਾ ਕੇ ਬਾਜਰਾ ਜਾਂ ਮੱਕੀ। ਨਹੀਂ। ਅਗਰ ਅਸੀਂ ਕੋਈ ਘਰ ਦੇ ਵਿੱਚ ਕੋਈ ਪੇੜ ਲਗਾਉਂਦੇ ਹਾਂ ਜਾਂ ਕੋਈ ਬੀਜ ਲਗਾਉਂਦੇ ਹਾਂ, ਅਗਰ ਅਮਰੂਦ ਦਾ ਪੇੜ ਲਗਾਉਂਦੇ ਤਾਂ ਫਿਰ ਉਸ ਨੂੰ ਅਮਰੂਦ ਹੀ ਲੱਗਦੇ ਆ।
ਅਗਰ ਨਾਰੀਅਲ ਲਾਵਾਂਗੇ ਤਾਂ ਨਾਰੀਅਲ ਲੱਗੂਗੇ, ਅਗਰ ਅਨਾਰ ਲਾਵਾਂਗੇ ਤਾਂ ਅਨਾਰ ਹੀ ਲੱਗੂਗੇ। ਜੋ ਅਸੀਂ ਬੀਜਾਂਗੇ ਸੋ ਹੀ ਵੱਢਾਂਗੇ। ਅਗਰ ਦੂਸਰਿਆਂ ਦੇ ਨਾਲ ਅਸੀਂ ਜਿਹੋ ਜਿਹਾ ਵਰਤਾਵ ਕਰਦੇ ਹਾਂ ਉਹੀ ਵਰਤਾਵ ਸਾਡੇ ਕੋਲ ਆਏਗਾ, ਵਾਪਸ ਆਏਗਾ। ਇਸ ਇਹ ਮੱਤੀ ਅਗਰ 7 ਦੀ ਸੌਰੀ ਅਗਰ ਅਸੀਂ ਮੱਤੀ ਦੀ ਅੰਜੀਲ ਉਹਦਾ 7 ਦੀ 12 ਪੜਾਂਗੇ, ਮੱਤੀ 7 ਦੀ 12, ਇਸ इदा लिखा हुआ वा, इस कारण जो कुछ तुम चाहते हो कि मनुष्य तुम्हारे साथ करे तुम भी उनके साथ वैसा ही करो। ਪਰਮੇਸ਼ਰ ਕਹਿੰਦਾ ਆ ਜੋ ਤੁਸੀਂ ਚਾਹੁੰਦੇ ਹੋ ਕਿ ਇਨਸਾਨ, ਦੂਸਰਾ ਇਨਸਾਨ ਸਾਡੇ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੇ, ਇਸ ਤਰ੍ਹਾਂ ਦਾ ਬਿਹੇਵੀਅਰ ਕਰੇ, ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਰਵੇ। ਪਰਮੇਸ਼ਰ ਕਹਿੰਦਾ ਕੀ ਕਹਿੰਦਾ ਆ, ਪਰ ਤੁਸੀਂ ਉਸ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੋ, ਬਿਹੇਵੀਅਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਕਿ ਉਹ ਇਨਸਾਨ ਸਾਡੇ ਦੇ ਨਾਲ ਕਰੇ। ਹਾਲੇਲੂਇਆ। इस कारण जो कुछ तुम चाहते हो कि मनुष्य तुम्हारे साथ करे तुम भी उनके साथ वैसा ही करो। हालेलुया। अगर कोई साड़ा फ्रेंड है, कोई इंसान है, अन्य पर्सन है, अगर तुसी चाहते हो कि साडे नाल भला बर्ताव करे तो सानू भी उसदे नाल भला बर्ताव करना पवेगा। हालेलुया। अगर चाहते हो साडा ध्यान रखे सानू भी उसका ध्यान रखना पड़ेगा। अगर तुसी चाहते हो कि वो साडे नाल प्रेम दे नाल गलबात करे, साडे नाल लड़ाई झगड़ा ना करे, ਤਾਂ ਸਾਨੂੰ ਵੀ ਉਸ ਨਾਲ ਪ੍ਰੇਮ ਦੇ ਨਾਲ ਰਹਿਣਾ ਪਵੇਗਾ। ਸਾਨੂੰ ਵੀ ਉਸ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਪਵੇਗਾ, ਤਾਂ ਉਹ ਸਾਡੇ ਦੇ ਨਾਲ ਕਰੇਗਾ। ਕਿਉਂਕਿ ਬਾਈਬਲ ਦਾ ਵਚਨ ਕਹਿੰਦਾ ਮੱਤੀ 7 ਦੀ 12 ਦੇ ਵਿੱਚ। ਹਾਲੇਲੂਇਆ। ਜੋ ਅਸੀਂ ਬੀਜਦੇ ਹਾਂ, ਬਾਈਬਲ ਕਹਿੰਦੀ ਜੋ ਬੀਜੂਗੇ ਸੋ ਹੀ ਵੱਢਿਆ ਜਾਏਗਾ। ਅਗਰ ਪਰਮੇਸ਼ਰ ਕਹਿੰਦਾ ਤੁਸੀਂ ਨਫ਼ਰਤ ਬੀਜਦੇ ਹਾਂ ਤਾਂ ਨਫ਼ਰਤ ਹੀ ਵੱਢੀ ਜਾਏਗੀ। ਅਗਰ ਤੁਸੀਂ ਦੂਜਿਆਂ ਦੇ ਉੱਤੇ ਦੋਸ਼ ਲਗਾਓਗੇ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਏਗਾ। ਹਾਲੇਲੂਇਆ। ਅਗਰ ਤੁਸੀਂ ਦੂਸਰਿਆਂ ਦੀ ਜ਼ਿੰਦਗੀ ਤੋਂ ਦੋਸ਼ ਲਗਾਉਂਦੇ ਆ, ਇਲਜ਼ਾਮ ਲਗਾਉਂਦੇ ਆ, ਤਾਂ ਤੁਹਾਡੇ ਉੱਤੇ ਵੀ ਦੋਸ਼ ਲੱਗਣਗੇ, ਇਲਜ਼ਾਮ ਲੱਗਣਗੇ। ਬਾਈਬਲ ਕਹਿੰਦੀ ਆ। ਹਾਲੇਲੂਇਆ। ਜੋ ਅਸੀਂ ਬੀਜਾਂਗੇ ਸੋ ਹੀ ਵੱਢਾਂਗੇ। ਜਦੋਂ ਅਸੀਂ ਦਾਨੀਅਲ ਨੂੰ ਦੇਖਦੇ ਹਾਂ, ਦਾਨੀਅਲ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ, ਦਾਨੀਅਲ ਦੇ ਦੁਸ਼ਮਣਾਂ ਨੇ ਦਾਨੀਅਲ ਦੇ ਲਈ ਸਾਜ਼ਿਸ਼ ਬਣਾਈ, ਪਲੈਨਿੰਗ ਬਣਾਈ, ਯੋਜਨਾ ਬਣਾਈ ਕਿ ਦਾਨੀਅਲ ਨੂੰ ਕੀ ਕਰਨਾ, ਸ਼ੇਰਾਂ ਦੇ ਘੁਰਨੇ ਦੇ ਵਿੱਚ ਸੁੱਟਣਾ ਆ। ਹਾਲੇਲੂਇਆ। ਦਾਨੀਅਲ ਦੇ ਦੁਸ਼ਮਣਾਂ ਨੇ ਦਾਨੀਅਲ ਦੀ ਜ਼ਿੰਦਗੀ ਦੇ ਵਿੱਚ ਗਲਤ ਬੀਜ ਬੋਣਾ ਚਾਹਿਆ। ਉਹਨਾਂ ਨੇ ਗਲਤ ਉਸ ਦਾ ਸੋਚਣਾ ਚਾਹਿਆ। ਕੀ ਹੋਇਆ, ਦਾਨੀਅਲ ਸ਼ੇਰਾਂ ਦੇ ਘੁਰਨੇ ਦੇ ਵਿੱਚ ਤਾਂ ਗਿਆ ਪਰ ਉਹ ਸ਼ੇਰਾਂ ਦਾ ਸ਼ਿਕਾਰ ਨਹੀਂ ਬਣਿਆ। ਉਹ ਵਾਪਸ ਰਾਜਾ ਨੇ ਕੀ ਕੱਢਿਆ, ਵਾਪਸ ਉਸ ਨੂੰ ਬੁਲਾ ਲਿਆ। ਹਾਲੇਲੂਇਆ। ਕਿਉਂਕਿ ਜਦੋਂ ਦੇਖਿਆ ਰਾਜਾ ਨੇ ਤੇ ਕੀ ਹੋਇਆ ਕਿ ਦਾਨੀਅਲ ਜਿਹੜਾ ਸ਼ੇਰਾਂ ਦਾ ਸ਼ਿਕਾਰ ਨਹੀਂ ਬਣਿਆ ਤਾਂ ਉਸ ਬਾਹਰ ਕੱਢਿਆ ਗਿਆ। ਤਾਂ ਕੀ ਹੋਇਆ, ਜਿੰਨੇ ਵੀ ਦਾਨੀਅਲ ਦੇ ਦੁਸ਼ਮਣ ਸੀਗੇ ਉਹ ਕੀ ਹੋਏ, ਸ਼ੇਰਾਂ ਦੇ ਘੁਰਨੇ ਦੇ ਵਿੱਚ ਸੱਟੇ ਗਏ ਤੇ ਸ਼ੇਰਾਂ ਨੇ ਉਹਨਾਂ ਨੂੰ ਪਾੜ ਖਾ ਲਿਆ। ਕਿਉਂ ਉਹਨਾਂ ਨੂੰ ਖਾ ਲਿਆ? ਕਿਉਂਕਿ ਜੋ ਉਹਨਾਂ ਨੇ ਦਾਨੀਅਲ ਦੇ ਦੁਸ਼ਮਣਾਂ ਨੇ ਦਾਨੀਅਲ ਦੇ ਲਈ ਪਲੈਨਿੰਗ ਯੋਜਨਾ ਤਿਆਰ ਕੀਤੀ ਸੀਗੀ, ਉਸੇ ਪਲੈਨਿੰਗ ਦੇ ਵਿੱਚ, ਉਸੇ ਯੋਜਨਾ ਦੇ ਵਿੱਚ ਦਾਨੀਅਲ ਦੇ ਦੁਸ਼ਮਣ ਫਸ ਗਏ। ਇਸੇ ਤਰ੍ਹਾਂ ਜਦੋਂ ਅਸੀਂ ਸ਼ਦਰਕ, ਮੇਸ਼ਕ, ਅਬੇਦਨਗੋ ਨੂੰ ਵੀ ਦੇਖਦੇ ਹਾਂ, ਜਿਹੜੇ ਉਹਨਾਂ ਦੇ ਸ਼ਦਰਕ, ਮੇਸ਼ਕ, ਅਬੇਦਨਗੋ ਦੇ ਦੁਸ਼ਮਣ ਸੀਗੇ, ਉਹਨਾਂ ਨੇ ਵੀ ਪਲੈਨਿੰਗ ਬਣਾਈ ਸੀ। ਕੀ ਪਲੈਨਿੰਗ ਬਣਾਈ ਸੀਗੀ ਕਿ ਜਿਹੜਾ ਰਾਜਾ ਦੀ ਮੂਰਤੀ ਅੱਗੇ ਨਹੀਂ ਝੁਕੇਗਾ, ਉਹਨਾਂ ਨੇ ਮੂਰਤੀ ਬਣਾਈ ਸੀ ਕਿ ਉਸ ਅੱਗੇ ਨਹੀਂ ਝੁਕੇਗਾ, ਉਸ ਅੱਗੇ ਦੰਡਵਤ ਨਹੀਂ ਕਰੇਗਾ, ਉਸ ਨੂੰ ਅੱਗ ਦੀ ਭੱਠੀ ਦੇ ਵਿੱਚ ਸੁੱਟਿਆ ਜਾਏਗਾ। ਹਾਲੇਲੂਇਆ। ਇਸੇ ਕਰਕੇ ਜਿਹੜੇ ਸ਼ਦਰਕ, ਮੇਸ਼ਕ, ਅਬੇਦਨਗੋ ਦੇ ਦੁਸ਼ਮਣ ਸੀਗੇ, ਉਹਨਾਂ ਨੇ ਵੀ ਰਾਜਾ ਦੇ ਮੂਹਰੇ ਸ਼ਰਤ ਰੱਖੀ ਕਿ ਤੁਸੀਂ ਇੱਦਾਂ ਇੱਦਾਂ ਕਰੋ। ਉਹਨੇ ਸਾਰੀ ਉਹ ਪਲੈਨਿੰਗ ਨੂੰ ਬਣਾਇਆ, ਯੋਜਨਾ ਨੂੰ ਬਣਾਇਆ। ਜਦੋਂ ਸ਼ਦਰਕ, ਮੇਸ਼ਕ, ਅਬੇਦਨਗੋ ਉਸ ਮੂਰਤੀ ਅੱਗੇ ਨਹੀਂ ਝੁਕੇ, ਉਹਨਾਂ ਨੇ ਦੰਡਵਤ ਨਹੀਂ ਕੀਤਾ, ਤਾਂ ਕੀ ਕੀਤਾ, ਤਾਂ ਉਸ ਰਾਜਾ ਨੇ ਸਜ਼ਾ ਦੇ ਦਿੱਤੀ ਉਹਨਾਂ ਨੂੰ। ਉਹ ਸਾਰੀ ਪਲੈਨਿੰਗ ਸ਼ਦਰਕ, ਮੇਸ਼ਕ, ਅਬੇਦਨਗੋ ਦੇ ਦੁਸ਼ਮਣਾਂ ਦੀ ਸੀਗੀ। ਪਰ ਸ਼ਦਰਕ, ਮੇਸ਼ਕ, ਅਬੇਦਨਗੋ ਉਸ ਅੱਗ ਦੀ ਭੱਠੀ ਦੇ ਵਿੱਚੋਂ ਵੀ ਬਚਾਏ ਗਏ, ਬਾਹਰ ਕੱਢੇ ਗਏ। ਕਿਉਂ? ਕਿਉਂਕਿ ਉਹ ਪਰਮੇਸ਼ਰ ਦੇ ਨਾਲ ਕਨੈਕਟ ਸੀ, ਪਰਮੇਸ਼ਰ ਦੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਨੇ ਕਦੇ ਵੀ ਆਪਣੇ ਉਹ ਜਿਹੜੇ ਉਹਦੇ ਦੁਸ਼ਮਣ ਸੀਗੇ ਉਹਨਾਂ ਦਾ ਕਦੇ ਵੀ ਬੁਰਾ ਨਹੀਂ ਸੀਗਾ ਚਾਹਿਆ। ਹਾਲੇਲੂਇਆ। ਜਦੋਂ ਉਹਨਾਂ ਦੇ ਦੁਸ਼ਮਣਾਂ ਨੇ ਉਹਨਾਂ ਦਾ ਬੁਰਾ ਚਾਹਿਆ ਤਾਂ ਕੀ ਹੋਇਆ, ਉਹਦੇ ਦੁਸ਼ਮਣ ਜਿਹੜੇ ਆ ਉਸ ਅੱਗ ਦੀ ਭੱਠੀ ਦੇ ਵਿੱਚ ਸੱਟੇ ਗਏ, ਬਲਕਿ ਉਹਨਾਂ ਦੇ ਨਾਲ ਪਰਿਵਾਰ ਸਮੇਤ ਸੱਟੇ ਗਏ, ਬੱਚੇ ਤੱਕ ਵੀ ਨਾਲ ਸੱਟੇ ਗਏ। ਹਾਲੇਲੂਇਆ। ਇਸ ਲਈ ਪਰਮੇਸ਼ਰ ਦਾ ਵਚਨ ਪੂਰਾ ਹੋਇਆ, ਜਿਹੜਾ ਇਨਸਾਨ, ਜਦੋਂ ਅਸੀਂ ਕਿਸੇ ਨਾਲ ਭਲਾਈ ਕਰਦੇ ਹਾਂ ਉਲਟਾ ਬੁਰਾਈ ਕਰਦਾ, ਉਸ ਦੇ ਘਰ ਦੇ ਵਿੱਚ ਬੁਰਾਈ ਕਦੇ ਖਤਮ ਨਹੀਂ ਹੋਏਗੀ। ਉਸ ਉੱਤੇ ਸ਼ਰਾਪ ਆ ਜਾਂਦੇ ਆ, ਉਸ ਉੱਤੇ ਦੁੱਖ ਆ ਜਾਂਦੇ ਆ, ਉਸ ਉੱਤੇ ਮੁਸੀਬਤ ਆ ਜਾਂਦੀ ਹੈ। ਹਾਲੇਲੂਇਆ। ਤੇ ਅਸੀਂ ਕਿਹੋ ਜਿਹਾ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੀਜ ਬੋ ਰਹੇ ਹਾਂ। ਅਗਰ ਅਸੀਂ ਨਫ਼ਰਤ ਬੋਵਾਂਗੇ ਤਾਂ ਨਫ਼ਰਤ ਹੀ ਪਾਵਾਂਗੇ। ਅਗਰ ਕਿਸੇ ਦੇ ਨਾਲ ਬੁਰਾ ਬਿਹੇਵੀਅਰ ਕਰਾਂਗੇ, ਸਾਡੇ ਨਾਲ ਵੀ ਚੰਗਾ ਬਿਹੇਵੀਅਰ ਨਹੀਂ ਹੋਏਗਾ। ਇਸ ਸਿਆਣੇ ਦੀ ਇੱਕ ਕਹਾਵਤ ਹੈ, ਕਹਿੰਦੇ ਜਿਹੋ ਜਿਹਾ ਖੂਹ ਦੇ ਵਿੱਚ ਆਵਾਜ਼ ਮਾਰਾਂਗੇ ਤਾਂ ਉਹੋ ਜਿਹੀ ਹੀ ਵਾਪਸ ਆਏਗੀ। ਅਗਰ ਖੂਹ ਦੇ ਵਿੱਚ ਤੁਸੀਂ ਕੋਈ ਉੱਚੀ ਬੋਲ ਕੇ ਦੇਖਿਓ, ਖੂਹ ਦੇ ਕੋਲ ਜਾ ਕੇ ਦੇਖਿਓ, ਤਾਂ ਉਸ ਵਿੱਚ ਜੋ ਬੋਲੂਗੇ ਉਹੀ ਵਾਪਸ ਬਾਹਰ ਆਊਗਾ।
ਇਸੇ ਤਰ੍ਹਾਂ ਬਾਈਬਲ ਦਾ ਪਰਮੇਸ਼ਰ ਵੀ ਕਹਿੰਦਾ ਆ ਕਿ ਜੋ ਤੁਸੀਂ ਬੀਜਦੇ ਆ, ਜੋ ਜਿਹੜਾ ਇਨਸਾਨ ਦੂਜਿਆਂ ਦੀ ਖੇਤੀ ਨੂੰ ਸਿੰਜਦਾ ਆ, ਉਹਨੂੰ ਪਾਣੀ ਲਗਾਉਂਦਾ ਹੈ, ਤੇ ਉਹਦੇ ਉੱਤੇ ਵੀ ਕੀ ਹੋ ਜਾਏਗੀ, ਉਹਦੀ ਵੀ ਖੇਤੀ ਸਿੰਜੀ ਜਾਏਗੀ, ਉਹਦੇ ਉੱਤੇ ਵੀ ਦਇਆ ਕੀਤੀ ਜਾਏਗੀ। ਅਗਰ ਕਿਸੇ ਨੂੰ ਅਸੀਂ ਆਸ਼ੀਸ਼ ਕਰਦੇ ਹਾਂ, ਅਸੀਂ ਆਸ਼ੀਸ਼ ਦਿੰਦੇ ਹਾਂ, ਤਾਂ ਉਹ ਆਸ਼ੀਸ਼ ਸਾਡੇ ਕੋਲ ਵੀ ਆਉਂਦੀ ਹੈ। ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਅਯੂਬ ਹੋਇਆ, ਉਸਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕੀ ਹੁੰਦਾ ਕਿ ਉਹ ਜਦੋਂ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ ਆਸ਼ੀਸ਼ਿਤ ਕਰਦਾ, ਉਹਨਾਂ ਦੇ ਲਈ ਚੰਗਾਈ ਲਈ ਪ੍ਰਾਰਥਨਾ ਕਰਦਾ, ਤੇ ਬਾਈਬਲ ਕਹਿੰਦੀ ਹੈ ਉਹ ਚੰਗਾਈ ਉਸ ਨੂੰ ਮਿਲ ਜਾਂਦੀ ਆ। ਹਾਲੇਲੂਇਆ, ਅਯੂਬ ਨੂੰ ਚੰਗਾਈ ਮਿਲ ਜਾਂਦੀ ਆ। ਇਸ ਲਈ ਜਦੋਂ ਅਸੀਂ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਨੂੰ ਬੋਂਦੇ ਹਾਂ ਤਾਂ ਸਾਨੂੰ ਆਸ਼ੀਸ਼ ਮਿਲਦੀ ਹੈ। ਅਗਰ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਗਲਤ ਬੀਜ ਬੋਵਾਂਗੇ ਤਾਂ ਉਸ ਦੀ ਇੱਕ ਦਿਨ ਨਾ ਇੱਕ ਦਿਨ ਸਾਨੂੰ ਕੱਟਣੀ ਪਏਗੀ। ਹਾਲੇਲੂਇਆ, ਅਸੀਂ ਚੌਕਸ ਰਹਿਣਾ, ਅਸੀਂ ਸਾਵਧਾਨ ਰਹਿਣਾ ਕਿ ਅਸੀਂ ਕੀ ਬੀਜਦੇ ਹਾਂ। ਪਰਮੇਸ਼ਰ ਕਹਿੰਦਾ ਅਗਰ ਤੁਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰੋਗੇ ਤਾਂ ਤੁਹਾਨੂੰ ਦਿੱਤਾ ਜਾਏਗਾ, ਅਗਰ ਦੂਸਰਿਆਂ ਦੇ ਲਈ ਮੰਗਾਂਗੇ ਤੁਹਾਨੂੰ ਦਿੱਤਾ ਜਾਏਗਾ। ਕੀ ਅਸੀਂ ਦੂਸਰਿਆਂ ਲਈ ਕੀ ਮੰਗਦੇ ਹਾਂ, ਕੀ ਵਿਹਾਰ ਕਰ ਰਹੇ ਹਾਂ। ਹਾਲੇਲੂਇਆ, ਅਸੀਂ ਚੰਗਾ ਬੀਜ ਬੋਣਾ ਆ। ਹਾਲੇਲੂਇਆ, ਪਰਮੇਸ਼ਰ ਕਹਿੰਦਾ ਜੋ ਬੀਜੋਗੇ ਸੋ ਹੀ ਵੱਢੋਗੇ। ਜੇ ਅਸੀਂ ਚੰਗਾ ਬੀਜ ਬੋਵਾਂਗੇ ਤਾਂ ਚੰਗਾ ਵੱਢਾਂਗੇ, ਮਾੜਾ ਬੋਵਾਂਗੇ ਤਾਂ ਮਾੜਾ ਵੱਢਾਂਗੇ। ਪਰਮੇਸ਼ਰ ਕਹਿੰਦਾ ਜਿਹੋ ਜਿਹਾ ਜਿਸ ਨਾਪ ਦੇ ਨਾਲ ਤੁਸੀਂ ਦੂਜਿਆਂ ਲਈ ਨਾਪਦੇ ਹੋ, ਉਸੇ ਨਾਪ ਦੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਏਗਾ। ਆਮੀਨ। ਜਿਸ ਨਾਪ ਦੇ ਨਾਲ ਤੁਸੀਂ ਦੂਸਰਿਆਂ ਲਈ ਨਾਪਦੇ ਹੋ, ਪਰਮੇਸ਼ਰ ਕਹਿੰਦਾ ਉਸੇ ਨਾਪ ਦੇ ਨਾਲ, ਕਿਸੇ ਹੋਰ ਨਾਪ ਦੇ ਨਾਲ ਨਹੀਂ, ਕਿਸੇ ਵੱਡੇ ਨਾਪ ਦੇ ਨਾਲ ਨਹੀਂ, ਛੋਟੇ ਨਾਪ ਦੇ ਨਾਲ ਨਹੀਂ, ਉਸੇ ਨਾਪ ਦੇ ਨਾਲ ਤੁਹਾਡੇ ਲਈ ਨਾਪਿਆ ਜਾਏਗਾ। ਅਸੀਂ ਕੀ ਬੀਜਦੇ ਹਾਂ, ਦੂਸਰੇ ਦੇ ਨਾਲ ਕਿਹੋ ਜਿਹਾ ਬਿਹੇਵੀਅਰ ਕਰਦੇ ਹਾਂ, ਕਿ ਅਸੀਂ ਚੰਗਾ ਬੀਜ ਬੋ ਰਹੇ ਹਾਂ ਜਾਂ ਅਸੀਂ ਮਾੜਾ ਬੀਜ ਬੋ ਰਹੇ ਹਾਂ, ਦੂਸਰੇ ਨਾਲ ਚੰਗਾ ਵਿਹਾਰ ਕਰ ਰਹੇ ਹਾਂ ਜਾਂ ਮਾੜਾ ਵਿਹਾਰ ਕਰ ਰਹੇ ਹਾਂ। ਹਾਲੇਲੂਇਆ, ਅੱਜ ਤੋਂ ਅਸੀਂ ਚੰਗਾ ਬੀਜ ਬੋਣਾ ਹੈ। ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਬੀਜ ਬੋ ਹੋ ਗਿਆ, ਉਸ ਲਈ ਪਰਮੇਸ਼ਰ ਤੋਂ ਮਾਫੀ ਮੰਗ ਲਓ, ਉਸ ਇਨਸਾਨ ਤੋਂ ਮਾਫੀ ਮੰਗ ਲਓ, ਤੇ ਅਸੀਂ ਚੰਗਾ ਬੀਜ ਬੋਣਾ ਸ਼ੁਰੂ ਕਰੀਏ ਕਿ ਉਸ ਦਾ ਫਲ ਇੱਕ ਦਿਨ ਨਾ ਇੱਕ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਆਏਗਾ। ਹਾਲੇਲੂਇਆ, ਪਰਮੇਸ਼ਰ ਚੰਗਾ ਬੀਜ ਬੋਣ ਵਾਲੇ ਨੂੰ ਚੰਗਾ ਬੀਜ ਦਿੰਦਾ। ਕਹਿੰਦਾ ਮੈਂ ਬੀਜਣ ਵਾਲੇ ਨੂੰ ਬੀਜ ਦਿੰਦਾ ਹਾਂ। ਹਾਲੇਲੂਇਆ, ਪਰਮੇਸ਼ਰ ਬੀਜਣ ਵਾਲੇ ਨੂੰ ਬੀਜ ਦਿੰਦਾ ਆ। ਅਗਰ ਤੁਸੀਂ ਬੀਜੋਗੇ, ਪਰਮੇਸ਼ਰ ਤੋਂ ਮੰਗੋਗੇ, ਪਰਮੇਸ਼ਰ ਜੋ ਤੁਸੀਂ ਮੰਗੋਗੇ ਪਰਮੇਸ਼ਰ ਦੇਗਾ। ਹਾਲੇਲੂਇਆ, ਤੁਸੀਂ ਕਿਹੋ ਜਿਹਾ ਬੀਜ ਬੀਜਦੇ ਆ, ਉਹੋ ਜਿਹੀ ਫਸਲ ਇੱਕ ਦਿਨ ਇੱਕ ਪੈਦਾ ਹੋਏਗੀ, ਉਸ ਦਾ ਫਲ ਆਏਗਾ। ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਉਹ ਤੁਹਾਨੂੰ ਆਸ਼ੀਸ਼ ਵੀ ਲੈ ਕੇ ਆ ਸਕਦਾ, ਤੁਹਾਡੀ ਜ਼ਿੰਦਗੀ ਵਿੱਚ ਸ਼ਰਾਪ ਵੀ ਲੈ ਕੇ ਆ ਸਕਦਾ ਹੈ। ਤੁਸੀਂ ਜਿਹੋ ਜਿਹਾ ਬੀਜੋਗੇ ਉਹੀ ਜਿਹਾ ਹੀ ਵੱਢੋਗੇ। ਬਾਈਬਲ ਦਾ ਪਰਮੇਸ਼ਰ ਇਹ ਸਾਨੂੰ ਕਹਿੰਦਾ ਹੈ। ਤੇ ਅੱਜ ਤੋਂ ਧਿਆਨ ਦੇਣਾ ਆ, ਅਸੀਂ ਅਗਰ ਦੂਜਿਆਂ ਉੱਤੇ ਦਇਆ ਕਰਾਂਗੇ, ਦਇਆਵੰਤ ਹੋਵਾਂਗੇ, ਦੂਜੇ ਦੀਆਂ ਗਲਤੀਆਂ ਨੂੰ ਮਾਫ ਕਰਾਂਗੇ, ਪਰਮੇਸ਼ਰ ਕਹਿੰਦਾ ਤੁਸੀਂ ਦੂਸਰਿਆਂ ਦੇ ਧਨ ਹੈ ਉਹ ਇਨਸਾਨ ਜੋ ਦੂਸਰਿਆਂ ਦੇ ਅਪਰਾਧਾਂ ਨੂੰ ਢੱਕਦਾ ਆ। ਹਾਲੇਲੂਇਆ, ਅਗਰ ਅਸੀਂ ਦੂਜੇ ਦੀਆਂ ਅਪਰਾਧਾਂ ਨੂੰ ਢਕਾਂਗੇ ਤਾਂ ਸਾਡੇ ਵੀ ਅਪਰਾਧ ਢਕੇ ਜਾਣਗੇ। ਬਾਈਬਲ ਦਾ ਪਰਮੇਸ਼ਰ ਕਹਿੰਦਾ ਅਗਰ ਦੂਸਰਿਆਂ ਦੇ ਕਰਜ਼ਾਂ ਨੂੰ ਮਾਫ ਕਰੋਗੇ ਤਾਂ ਤੁਹਾਡੇ ਵੀ ਕਰਜ਼ ਮਾਫ ਕੀਤੇ ਜਾਣਗੇ। ਅਗਰ ਦੂਸਰਿਆਂ ਦੇ ਗੁਨਾਹਾਂ ਨੂੰ ਮਾਫ ਕਰਦੇ ਹਾਂ ਤਾਂ ਸਾਡੇ ਵੀ ਗੁਨਾਹ ਮਾਫ ਕੀਤੇ ਜਾਣਗੇ। ਹਾਲੇਲੂਇਆ, ਕੀ ਅਸੀਂ ਦੂਸਰਿਆਂ ਦੇ ਗੁਨਾਹ ਮਾਫ ਕਰ ਰਹੇ ਹਾਂ ਕਿ ਦੂਸਰਿਆਂ ਦੇ ਕਰਜ਼ ਮਾਫ ਕਰ ਰਹੇ ਹਾਂ? ਸਾਨੂੰ ਸੋਚਣਾ ਪਏਗਾ। ਅਗਰ ਨਹੀਂ ਕਰ ਰਹੇ ਤਾਂ ਅੱਜ ਤੋਂ ਕਰਨਾ ਸਟਾਰਟ ਕਰ ਦਈਏ। ਹਾਲੇਲੂਇਆ, ਪਰਮੇਸ਼ਰ ਕਹਿੰਦਾ ਜੋ ਤੁਸੀਂ ਬੀਜੋਗੇ, ਜੋ ਦਾ ਮਤਲਬ ਕੀ ਆ, ਕੋਈ ਵੀ ਚੀਜ਼। ਅਗਰ ਤੁਸੀਂ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਦੇ ਰਹੇ ਆ, ਪੈਸੇ ਦੀ ਕਿਸੇ ਨੂੰ ਆਸ਼ੀਸ਼ ਦੇ ਰਹੇ ਆ, ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਵੀ ਆਸ਼ੀਸ਼ ਆਏਗੀ। ਹਾਲੇਲੂਇਆ, ਪਰਮੇਸ਼ਰ ਦਾ ਵਚਨ ਕਹਿੰਦਾ ਜੋ ਖੁੱਲ ਕੇ ਖਰਚ ਕਰਦਾ ਹੈ ਉਹ ਅਮੀਰ ਹੋਏਗਾ। ਹਾਲੇਲੂਇਆ, ਆਓ ਇੱਕ ਅਸੀਂ ਵਚਨ ਹੋਰ ਪੜਾਂਗੇ, ਨੀਤੀ ਵਚਨ 11:24 ਪੜਾਂਗੇ। ਨੀਤੀ ਵਚਨ 11:24, ਅਸੀਂ ਪਹਿਲਾਂ 25 ਪੜ੍ਹੀ ਸੀ, ਹੁਣ 24 पढ़ांगे। ऐसे है जो शित्रा देता है तो भी उनकी बढ़ती होती है, और ऐसे भी हैं जो यथार्थ से काम देते हैं और इससे उनकी गति होती है। परमेश्वर का वचन पंजाबी दी बाइबल च लिखा वा जो खुल के खर्च करता है तो वह होर अमीर होएगा। हालेलुया, कि ਅਸੀਂ ਕੀ ਕਰ ਰਹੇ ਹਾਂ, ਅਸੀਂ ਖਰਚ ਕੀ ਕਰ ਰਹੇ ਹਾਂ। ਚਾਹੇ ਅਸੀਂ ਪੈਸਾ ਖਰਚ ਕਰ ਰਹੇ ਹਾਂ, ਚਾਹੇ ਅਸੀਂ ਆਪਣਾ ਮੂੰਹ ਖਰਚ ਕਰ ਰਹੇ ਹਾਂ, ਮੂੰਹ ਨੂੰ ਖੋਲ ਕੇ ਦੇ ਰਹੇ ਹਾਂ, ਚਾਹੇ ਆਪਣੀ ਸੋਚ ਦੇ ਦੁਆਰਾ ਦੇ ਰਹੇ ਹਾਂ, ਚਾਹੇ ਅਸੀਂ ਆਪਣੇ ਹੱਥਾਂ ਦੇ ਦੁਆਰਾ ਦੇ ਰਹੇ ਹਾਂ, ਕੀ ਦੇ ਰਹੇ ਹਾਂ।
ਕਿ ਮੈਂ ਨਹੀਂ ਰੱਖਦਾ ਸਾਡੀ ਜ਼ਿੰਦਗੀ ਦੇ ਵਿੱਚ। ਅਸੀਂ ਜੋ ਵੀ ਦੇਵਾਂਗੇ ਉਹ ਸਾਨੂੰ ਵਾਪਸ ਆਏਗਾ। ਬਾਈਬਲ ਦੇ ਪਰਮੇਸ਼ਰ ਕਹਿੰਦਾ ਆ, ਕੋਈ 100 ਗੁਣਾ, ਕੋਈ 60, ਕੋਈ 100 ਗੁਣਾ, 60 ਗੁਣਾ ਜਾਂ 30 ਗੁਣਾ ਵਾਪਸ ਆਏਗਾ। ਜਿਸ ਨਾਪ ਦੇ ਨਾਲ ਅਸੀਂ ਨਾਪਾਂਗੇ, ਜਿਸ ਹੱਥ ਦੇ ਨਾਲ ਅਸੀਂ ਬੀਜਾਂਗੇ, ਉਸੇ ਹੀ ਹੱਥ ਦੇ ਦੁਆਰਾ, ਉਸੇ ਹੀ ਨਾਪ ਦੇ ਦੁਆਰਾ ਵਾਪਸ ਆਏਗਾ ਸਾਡੀ ਜ਼ਿੰਦਗੀਆਂ ਦੇ ਵਿੱਚ। ਹਾਲੇਲੂਇਆ।